ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਪੈਂਡੇਮਿਕ ਦੇ ਤਹਿਤ ਅਸੀਂ ਸਾਰੇ ਹੀ ਆਪੋ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਹਾਂ ਔਰ ਇਸ ਸਮੇਂ ਦੌਰਾਨ ਜਿੱਥੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਉੱਥੇ ਅਸੀਂ ਆਪਣੀ ਪੜ੍ਹਾਈ ਵੀ ਨਿਰੰਤਰ ਜਾਰੀ ਰੱਖਣੀ ਹੈ। ਵੱਖ-ਵੱਖ ਗਤੀਵਿਧੀਆਂ ਰਾਹੀਂ ਅਸੀਂ ਆਪਣੇ ਆਪ ਨੂੰ ਅਪਡੇਟ ਕਰਨਾ ਹੈ। ਇਸ ਛੁੱਟੀਆਂ ਦੌਰਾਨ ਸਰਕਾਰ ਵੱਲੋਂ ਛੁੱਟੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਪੰਜਾਬ ਅਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਆਰ.ਕੇ. ਸ਼ਰਮਾ ਜੀ ਦੀ ਅਗਵਾਈ ਹੇਠ ਸਮਰ ਕੈਂਪ ਆਯੋਜਿਤ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰਨਾ ਹੈ ਅਤੇ ਉਹਨਾਂ ਦੇ ਇਸ ਵਿਹਲ ਦੇ ਸਮੇਂ ਨੂੰ ਸਹੀ ਅਰਥਾਂ ਵਿੱਚ ਸਾਰਥਕ ਕਰਨਾ ਹੈ। ਅੱਜ ਮੈਂ ਤੁਹਾਡੇ ਨਾਲ ਜੋ ਆਪਣੇ ਵਿਚਾਰ ਸਾਂਝੇ ਕਰਨੇ ਹਨ ਉਹ ਸਾਡੀ ਪੰਜਾਬੀ ਭਾਸ਼ਾ ਬਾਰੇ ਹੈ, ਕਿਉਂਕਿ ਪਿਆਰੇ ਵਿਦਿਆਰਥੀਓ, ਤੁਸੀਂ ਜਾਣਦੇ ਹੋ ਕਿ ਪੰਜਾਬੀ ਸਾਡੀ ਰਾਜ ਭਾਸ਼ਾ ਹੈ, ਸਾਡੀ ਮਾਂ ਬੋਲੀ ਹੈ ਔਰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਇਹ ਬੋਲੀ ਜਾਂਦੀ ਹੈ। ਈਵਨ ਕਿ ਕੈਨੇਡਾ ਵਰਗੇ ਦੇਸ਼ਾਂ ਵਿੱਚ ਇਸ ਨੂੰ ਦੂਜੀ ਭਾਸ਼ਾ ਦਾ ਮਾਨਤਾ ਵੀ ਮਿਲੀ ਹੋਈ ਹੈ। ਭਾਰਤੀ ਸੰਵਿਧਾਨ ਅਨੁਸਾਰ ਸਾਡੀਆਂ ਜੋ ਮਾਨਤਾ ਪ੍ਰਾਪਤ 22 ਭਾਸ਼ਾਵਾਂ ਹਨ ਉਹਨਾਂ ਵਿੱਚੋਂ ਪੰਜਾਬੀ ਇੱਕ ਹੈ। ਪਿਆਰੇ ਵਿਦਿਆਰਥੀਓ, ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਜ਼ੁਬਾਨ ਹੈ। ਬਾਬਾ ਸ਼ੇਖ ਫਰੀਦ, ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਂਪੁਰਸ਼ਾਂ ਨੇ ਇਸ ਦੀ ਵਰਤੋਂ ਕੀਤੀ ਹੈ ਔਰ ਅਸੀਂ ਇਸ ਦੇ ਵੱਖ-ਵੱਖ ਜੋ ਆਧਾਰ ਹਨ, ਜੋ ਇਹਦੇ 4 ਪਿਲਰਸ ਨੇ, ਜਿਨ੍ਹਾਂ ਨੂੰ ਆਪਾਂ ਮੋਡਿਊਲ ਕਹਿ ਦਿੰਦੇ ਹਾਂ, ਜਿਨ੍ਹਾਂ ਦੇ ਵਿੱਚ ਬੋਲਣਾ, ਪੜ੍ਹਨਾ, ਲਿਖਣਾ, ਸੁਣਨਾ ਆਉਂਦੇ ਹਨ। ਉਹਨਾਂ ਵਿੱਚ ਸੁਣਨ ਅਤੇ ਬੋਲਣ ਦੇ ਵਿੱਚ ਅਸੀਂ ਸਭ ਤਕਰੀਬਨ ਮਾਹਰ ਹਾਂ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਅਸੀਂ ਬਚਪਨ ਤੋਂ ਹੀ ਆਪਣੀ ਮਾਂ ਦੀ ਗੋਦੀ ਵਿੱਚੋਂ ਹੀ ਇਹ ਭਾਸ਼ਾ ਜਿਹੜੀ ਬੋਲਦੇ ਆ ਰਹੇ ਹਾਂ। ਪਰੰਤੂ ਅਸੀਂ ਦੇਖਦੇ ਹਾਂ ਕਿ ਵਿਦਿਆਰਥੀ ਜੋ ਹਨ ਉਹਨਾਂ ਨੂੰ ਲਿਖਣ ਅਤੇ ਪੜ੍ਹਨ ਦੇ ਵਿੱਚ ਦਿੱਕਤ ਆਉਂਦੀ ਹੈ। ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ ਇਸ ਸੰਬੰਧ ਵਿੱਚ ਹੀ ਗੱਲ ਕਰਨੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਔਰ ਲਿਖਣ ਦੇ ਵਿੱਚ ਅਸੀਂ ਇਸ ਨੂੰ ਕਿਵੇਂ ਸੋਹਣਾ ਬਣਾਉਣਾ ਹੈ, ਕਿਉਂਕਿ ਸੁੰਦਰ ਲਗਾਈ ਹੀ ਵਿਦਿਆਰਥੀ ਦੀ ਜਿਹੜੀ ਉਸਦੀ ਕਾਬਲੀਅਤ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਵਿਦਿਆਰਥੀਆਂ ਨੇ ਪੇਪਰ ਵੀ ਲਿਖ ਕੇ ਹੀ ਕਰਨੇ ਹੁੰਦੇ ਹਨ। ਇਸ ਕਰਕੇ ਜੇਕਰ ਬੱਚੇ ਦੀ ਲਿਖਾਈ ਬੜੀ ਸੋਹਣੀ ਹੈ ਤਾਂ ਉਸਦੇ ਆਮ ਵਿਦਿਆਰਥੀਆਂ ਨਾਲੋਂ, ਦੂਸਰੇ ਵਿਦਿਆਰਥੀਆਂ ਨਾਲੋਂ ਅਕਸਰ ਹੀ ਅੰਕ ਜਿਹੜੇ ਵਧੇਰੇ ਆਉਂਦੇ ਹਨ। ਪਿਆਰੇ ਵਿਦਿਆਰਥੀਓ, ਮੈਂ ਕਲਾਸਰੂਮ ਦੇ ਵਿੱਚ ਵੀ ਤੁਹਾਡੇ ਨਾਲ ਅਕਸਰ ਗੱਲ ਕਰਦਾ ਹਾਂ ਕਿ ਜਿਹੜੀ ਚੀਜ਼ ਸਾਡੇ ਮਨ ਨੂੰ ਸੋਹਣੀ ਨਹੀਂ ਲੱਗਦੀ, ਜਿਹੜੀ ਚੀਜ਼ ਸਾਡੀਆਂ ਅੱਖਾਂ ਨੂੰ ਸੋਹਣੀ ਨਹੀਂ ਲੱਗਦੀ, ਉਹ ਸਾਡੇ ਮਨ ਨੂੰ ਵੀ ਸੋਹਣੀ ਨਹੀਂ ਲੱਗਦੀ। ਇਸ ਕਰਕੇ ਜਦੋਂ ਵੀ ਤੁਹਾਡੇ ਪੇਪਰ ਚੈੱਕ ਕਰਦੇ ਹਨ ਅਧਿਆਪਕ, ਤਾਂ ਉਹ ਪਹਿਲਾਂ ਤੁਹਾਡੀ ਲਿਖਾਈ ਦੇਖਦੇ ਹਨ, ਉਸ ਤੋਂ ਬਾਅਦ ਉਹ ਕਾਫੀ ਜੱਜਮੈਂਟ ਲਗਾ ਲੈਂਦੇ ਹਨ ਕਿ ਵਿਦਿਆਰਥੀ ਹੁਸ਼ਿਆਰ ਹੈ ਜਾਂ ਨਲਾਇਕ ਹੈ। ਪਿਆਰੇ ਵਿਦਿਆਰਥੀਓ, ਇਸ ਕਰਕੇ ਅਸੀਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵੱਖ-ਵੱਖ ਜਿਹੜੇ ਨੁਕਤੇ ਨੇ ਉਹ ਵਿਚਾਰਨੇ ਹਨ। ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ-ਕਿਹੜੇ ਨੁਕਤੇ ਹਨ ਜਿਹੜੇ ਸਾਡੀ ਲਿਖਾਈ ਨੂੰ ਸੁੰਦਰ ਬਣਾ ਸਕਦੇ ਹਨ। ਸਭ ਤੋਂ ਪਹਿਲਾਂ ਸਾਡੇ ਪੰਜਾਬੀ ਦੇ ਜਿਹੜੇ ਅੱਖਰ ਨੇ ਉਹਨਾਂ ਦੀ ਬਣਤਰ ਦਾ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਔਰ ਫਿਰ ਸਾਨੂੰ ਉਹਦੀਆਂ ਲਗਾਂ ਮਾਤਰਾ ਦਾ ਗਿਆਨ ਹੋਣਾ ਚਾਹੀਦਾ ਹੈ। ਉਸ ਦੇ ਨਾਲ ਹੀ ਲਿਖਣ ਵਾਸਤੇ ਜਿਹੜੀ ਸਮੱਗਰੀ ਹੈ, ਪੈਨ ਹੈ, ਤੁਹਾਡੀ ਕਾਪੀ ਹੈ, ਉਹਦਾ ਕਾਗਜ਼ ਜਿਹੜਾ ਵਧੀਆ ਹੋਣਾ ਚਾਹੀਦਾ ਹੈ, ਪੈਨ ਰੁਕਦਾ ਨਹੀਂ ਹੋਣਾ ਚਾਹੀਦਾ ਔਰ ਜਿੱਥੇ ਤੁਸੀਂ ਟੇਬਲ ਜਾਂ ਕੁਰਸੀ 'ਤੇ ਬੈਠੇ ਹੋ ਉਹ ਹਿੱਲਦੇ ਨਹੀਂ ਹੋਣੇ ਚਾਹੀਦੇ, ਰੋਸ਼ਨੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ, ਤਦ ਹੀ ਤੁਹਾਡੀ ਜਿਹੜੀ ਲਿਖਾਈ ਹੈ ਉਹ ਵਧੀਆ ਹੋ ਸਕਦੀ ਹੈ। ਪਿਆਰੇ ਵਿਦਿਆਰਥੀਓ, ਇਹਨੂੰ ਆਕਰਸ਼ਕ ਬਣਾਉਣ ਖਾਤਰ ਅਸੀਂ ਹੈਡਿੰਗ ਬਣਾ ਸਕਦੇ ਹਾਂ। ਹੈਡਿੰਗ ਬਣਾ ਕੇ ਹੈਡਿੰਗ ਨੂੰ ਵੱਖ-ਵੱਖ ਤਰੀਕੇ ਨਾਲ ਅੰਡਰਲਾਈਨ ਕਰ ਸਕਦੇ ਹਾਂ, ਹੈਡਿੰਗ ਨੂੰ ਮੋਟੇ ਕਰਕੇ ਬੋਲਡ ਕਰਕੇ ਲਿਖ ਸਕਦੇ ਹਾਂ। ਇਸ ਦੇ ਨਾਲ ਹੀ ਸੁੰਦਰ ਲਿਖਣ ਵਾਸਤੇ ਸਾਨੂੰ ਲਗਾਤਾਰ ਅਭਿਆਸ ਕਰਨਾ ਪੈਂਦਾ ਹੈ। ਹੁਣ ਅਸੀਂ ਜੋ ਅੱਜ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਜੋ ਮੈਂ ਵਿਚਾਰ ਸਾਂਝੇ ਕਰਨੇ ਨੇ ਉਹ ਇਹ ਹਨ ਕਿ ਅਸੀਂ ਅੱਖਰਾਂ ਦੀ ਬਣਤਰ ਜਿਹੜੀ ਹੈ ਕਿਸ ਤਰ੍ਹਾਂ ਕਰਨੀ ਹੈ। ਮੈਂ ਇੱਥੇ ਕੁਝ ਅੱਖਰ ਜਿਹੜੇ ਪੰਜਾਬੀ ਵਰਨਮਾਲਾ ਦੇ ਅਤੇ ਮੁਹਾਰਨੀ ਦੇ ਲਿਖ ਕੇ ਰੱਖੇ ਹੋਏ ਹਨ। ਇਹਨਾਂ ਨੂੰ ਤੁਹਾਡੇ ਸਨਮੁਖ ਮੈਂ ਵੀਡੀਓ ਰਾਹੀਂ ਪੇਸ਼ ਕਰਾਂਗਾ ਕਿ ਇਹਨਾਂ ਅੱਖਰਾਂ ਨੂੰ ਅਸੀਂ ਕਿਸ ਐਂਗਲ ਦੇ ਨਾਲ ਲਿਖਣਾ ਹੈ, ਕਿਵੇਂ ਲਿਖਣਾ ਹੈ ਔਰ ਤੁਸੀਂ ਉਹ ਇਸ ਅੱਖਰਾਂ ਦੀ ਬਣਤਰ ਦਾ ਅਭਿਆਸ ਕਰਕੇ ਇਹਨੂੰ ਸੁੰਦਰ ਲਿਖਾਈ ਹੋਰ ਬਿਹਤਰ ਕਰ ਸਕਦੇ ਹਾਂ। ਹੁਣ ਤੁਸੀਂ
मेरे कापी पेन वाल नज़र मारोगे। ऐं करना, ठीक है। प्यारे विद्यार्थियों, ਪੰਜਾਬੀ ਵਰਨਮਾਲਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸ਼ੁਰੂ ਦੇ ਵਿੱਚ ਸਾਡੀ ਪੰਜਾਬੀ ਵਰਨਮਾਲਾ ਦੇ ਵਿੱਚ ਊੜਾ ਤੋਂ ਲੈ ਕੇ ਰਾੜਾ ਤੱਕ 35 ਅੱਖਰ ਹੁੰਦੇ ਸਨ। ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ, ਪਰੰਤੂ ਫਾਰਸੀ ਅਤੇ ਹੋਰ ਅਰਬੀ ਅਤੇ ਹੋਰ ਭਾਸ਼ਾਵਾਂ ਦੇ ਜਿਹੜੇ ਪ੍ਰਭਾਵ ਸਦਕਾ ਸਾਡੇ ਕੋਲ 6 ਨਵੀਆਂ ਧੁਨੀਆਂ ਜਿਹੜੀਆਂ ਸ਼ਾਮਲ ਹੋ ਗਈਆਂ ਹਨ, ਜਿਨ੍ਹਾਂ ਕਰਕੇ ਹੁਣ ਇਸ ਦੀ ਗਿਣਤੀ 41 ਹੋ ਗਈ ਹੈ। ਪੰਜਾਬੀ ਵਰਨਮਾਲਾ ਵਿੱਚ ਕੁੱਲ ਅੱਖਰਾਂ ਦੀ ਗਿਣਤੀ 35 + 6 41। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਲੱਲੇ ਪੈਰ ਬਿੰਦੀ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਸਾਰੇ ਇਹਨਾਂ ਅੱਖਰਾਂ ਨੂੰ ਕਿਸ ਤਰ੍ਹਾਂ ਲਿਖਣਾ ਹੈ ਉਹਦੇ ਬਾਰੇ ਅਭਿਆਸ ਕਰਾਂਗੇ। ਮੈਂ ਇਹ ਅੱਖਰ ਪਹਿਲਾਂ ਹੀ ਲਿਖ ਲਏ ਹਨ ਤਾਂ ਕਿ ਸਾਡੇ ਸਮੇਂ ਦੀ ਬੱਚਤ ਹੋ ਸਕੇ। ਹੁਣ ਮੈਂ ਸਿਰਫ ਪੈਨ ਘੁਮਾਵਾਂਗਾ, ਤੁਸੀਂ ਇਸੇ ਤਰ੍ਹਾਂ ਨਕਲ ਕਰਨੀ ਹੈ, ਆਪਣੀਆਂ ਕਾਪੀਆਂ 'ਤੇ ਅਭਿਆਸ ਕਰਨਾ ਹੈ ਕਿ ਊੜਾ, ਆੜਾ, ਈੜੀ ਸਾਰਾ ਕਿਸ ਤਰ੍ਹਾਂ ਲਿਖਣਾ ਹੈ। ਪਹਿਲਾਂ ਅਸੀਂ ਊੜਾ ਲਿਖਾਂਗੇ। ਪਿਆਰੇ ਵਿਦਿਆਰਥੀਓ, ਇੱਥੋਂ ਅਸੀਂ ਸ਼ੁਰੂ ਕਰਨਾ ਹੈ। ਇਹਨੂੰ ਅਸੀਂ ਇੱਦਾਂ ਘੁਮਾਵਾਂਗੇ ਪੈਨ ਨੂੰ, ਅਤੇ ਇਸ ਤਰ੍ਹਾਂ ਜਾਂਦੇ ਹੋਏ ਇਸ ਨੂੰ ਬਿਲਕੁਲ ਉੱਪਰੋਂ ਐਵੇਂ। ਫਿਰ ਆੜਾ, ਅਸੀਂ ਇੱਥੇ ਪੈਨ ਰੋਕਾਂਗੇ, ਫਿਰ ਅੱਗੇ, ਫਿਰ ਇਸ ਤਰ੍ਹਾਂ ਵਧਾਉਂਦੇ ਹੋਏ ਇਹ ਲਾਈਨ ਬਿਲਕੁਲ ਸਿੱਧੀ ਲੈ ਕੇ ਆਵਾਂਗੇ। ਈੜੀ ਪਹਿਲਾਂ ਉੱਤੋਂ ਸ਼ੁਰੂ ਕਰਾਂਗੇ ਲਾਈਨ, ਫਿਰ ਇਹ ਲਾਈਨ ਲਗਾਵਾਂਗੇ, ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਘੁਮਾਉਂਦੇ ਹੋਏ ਇਸ ਨੂੰ ਅਸੀਂ ਇਹ ਸ਼ੇਪ ਦੇਵਾਂਗੇ। ਸੱਸਾ ਜਿਹੜਾ ਹੈ ਇਸ ਤਰ੍ਹਾਂ ਇੱਥੇ ਥੋੜ੍ਹਾ ਇਹਦੀ ਜਿਹੜਾ ਬਿੰਦੂ ਗੋਲ ਹੁੰਦਾ ਹੈ, ਅਤੇ ਨਾਲ ਹੀ ਇੱਥੇ ਇੱਦਾਂ। ਇਸ ਤੋਂ ਬਾਅਦ ਹਾਹਾ ਇੱਦਾਂ ਘੁਮਾਵਾਂਗੇ। ਕੱਕਾ ਬੜਾ ਸੌਖਾ ਹੈ ਬਣਾਉਣਾ, ਇਹਨੂੰ ਇਹ ਜਿਹੜਾ ਭਾਗ ਹੈ ਥੋੜ੍ਹਾ ਖੁੱਲ੍ਹਾ ਰੱਖਣਾ ਹੈ। ਅਤੇ ਖੱਖਾ ਜਿਹੜਾ ਹੈ ਇਸ ਤਰ੍ਹਾਂ ਅਸੀਂ ਇੱਧਰ ਨੂੰ ਲੈ ਕੇ ਆਵਾਂਗੇ ਅਤੇ ਇਹ ਲਾਈਨ ਬਾਅਦ 'ਚ ਲਗਾਵਾਂਗੇ। ਇਸ ਤੋਂ ਬਾਅਦ ਗੱਗਾ ਅਸੀਂ ਇਸ ਤਰ੍ਹਾਂ, ਪਹਿਲਾਂ ਇਹ ਭਾਗ, ਫਿਰ ਆ ਸਿੱਧੀ ਲਾਈਨ। ਇਸ ਤੋਂ ਬਾਅਦ ਘੱਗਾ, ਇਸ ਤਰ੍ਹਾਂ ਘੁਮਾਉਂਦੇ ਹੋਏ ਇਹ ਬਿਨਾਂ ਪੈਨ ਚੁੱਕੇ ਸਾਡਾ ਸਾਰਾ ਘੱਗਾ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਊਂਆਂ ਹੈ, ਉੱਪਰੋਂ ਅਸੀਂ ਲੈ ਕੇ ਆਵਾਂਗੇ, ਇਸ ਤਰ੍ਹਾਂ ਘੁਮਾਉਂਦੇ ਹੋਏ ਇਸ ਨੂੰ ਇੱਥੇ ਛੱਡ ਦੇਵਾਂਗੇ। ਇਸ ਤੋਂ ਬਾਅਦ ਚੱਚਾ ਹੈ, ਇੱਥੋਂ ਇਹਨੂੰ ਪੈਨ ਚੱਕਣ ਦੀ ਜ਼ਰੂਰਤ ਨਹੀਂ ਪਏਗੀ, ਸਟ੍ਰੇਟ ਲੈ ਕੇ ਇੱਥੋਂ ਘੁਮਾਉਂਦੇ ਹੋਏ ਵਾਪਸ। ਇਸ ਤੋਂ ਬਾਅਦ ਛੱਛਾ ਇੱਥੋਂ ਘੁਮਾਉਂਦੇ ਹੋਏ ਇਸ ਤਰ੍ਹਾਂ ਕਰਦੇ, ਇਹ ਵੀ ਪੈਨ ਚੁੱਕਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਬਾਅਦ ਜੱਜਾ ਹੈ, ਇਹਨੂੰ ਪੈਨ ਚੁੱਕਣਾ ਪੈਂਦਾ ਹੈ। ਇਹ ਸਿੱਧੀ ਲਾਈਨ ਲਗਾਵਾਂਗੇ, ਫਿਰ ਇੱਥੇ ਪੈਨ ਰੱਖ ਕੇ ਇਸ ਬਿੰਦੂ ਤੋਂ ਨੀਚੇ ਲੈ ਕੇ ਆਵਾਂਗੇ। ਇਸ ਤੋਂ ਬਾਅਦ ਝੱਜਾ ਹੈ, ਝੱਜੇ ਨੂੰ ਥੋੜ੍ਹਾ ਇਹਦੀ ਬਣਤਰ ਸਿੱਖ ਲਓ। ਇਸ ਤਰ੍ਹਾਂ ਬਣਾਵਾਂਗੇ ਪਹਿਲਾਂ ਆਹ ਭਾਗ, ਇਸ ਤੋਂ ਬਾਅਦ ਇਹ ਛੋਟਾ ਕੱਕਾ ਜਿਹਾ ਇਸ ਤਰ੍ਹਾਂ ਬਣਾਵਾਂਗੇ। ਇਸ ਤੋਂ ਬਾਅਦ ਅਈਆਂ ਹੈ, ਅਈਆਂ ਵੀ ਇਸ ਤਰ੍ਹਾਂ, ਇਹ ਵਾਵਾ ਦਾ ਹੁੰਦਾ ਹੈ, ਇੱਥੇ ਇੱਕ ਲਾਈਨ ਇਸਦੀ ਐਕਸਟਰਾ ਲੱਗਦੀ ਹੈ। ਇਸ ਤੋਂ ਬਾਅਦ ਟੈਂਕਾ, ਪਹਿਲੀ ਲਾਈਨ, ਫਿਰ ਇਸ ਤੋਂ ਪੈਨ ਚੁੱਕਣ ਦੀ ਜ਼ਰੂਰਤ ਨਹੀਂ ਪਏਗੀ। ਇਸ ਤਰ੍ਹਾਂ ਠੱਠਾ, ਇਹ ਬਿਲਕੁਲ ਸਿੱਧੀ ਲਾਈਨ। ਇਸ ਤੋਂ ਬਾਅਦ ਇਹ ਸਾਰਾ ਗੋਲ, ਇਹਨੂੰ ਪੈਨ ਚੁੱਕਣ ਦੀ ਜ਼ਰੂਰਤ ਨਹੀਂ ਪਏਗੀ। ਫਿਰ ਡੱਡਾ ਇੱਥੋਂ ਥੋੜ੍ਹਾ ਇਹਨੂੰ ਭਾਰਾ, ਫਿਰ ਇੱਦਾਂ ਪੈਨ ਘੁਮਾਉਂਦੇ ਹੋਏ ਗੋਲ। ਉਸ ਤੋਂ ਬਾਅਦ ਢੱਡਾ, ਇੱਦਾਂ ਘੁਮਾਉਂਦੇ ਹੋਏ ਇਸ ਨੂੰ ਇੱਥੇ ਮੋੜਾਂਗੇ। ਇਹ ਨਾਣਾ ਬਣਾਉਣ ਦੇ ਵਿੱਚ ਬੱਚੇ ਨੂੰ ਅਕਸਰ ਦਿੱਕਤ ਆਉਂਦੀ ਹੈ। ਇਸ ਨੂੰ ਪਹਿਲਾਂ ਇੱਦਾਂ ਲੈਣਾ ਬੱਚੇ, ਇਸ ਤੋਂ ਬਾਅਦ ਇੱਥੇ ਇਹ ਟੈਂਕਾ ਦੀ ਸ਼ਕਲ ਦਾ ਇੱਕ ਹੋਰ ਅੱਖਰ ਬਣਦਾ ਹੈ। ਇਸ ਤੋਂ ਬਾਅਦ ਤੱਤਾ ਹੈ, ਤੱਤਾ ਨੂੰ ਪੈਨ ਚੁੱਕਣ ਦੀ ਜ਼ਰੂਰਤ ਨਹੀਂ ਪਏਗੀ, ਬਿਲਕੁਲ ਸਿੱਧਾ। ਉਸ ਤੋਂ ਬਾਅਦ ਥੱਥਾ, ਇੱਥੇ ਪੈਨ ਰੱਖਾਂਗੇ ਅਤੇ ਇੱਥੇ ਘੁਮਾਉਂਦੇ ਹੋਏ ਇਹ ਲਾਈਨ ਸਿੱਧੀ ਅਤੇ ਇਹ ਵਿਚਕਾਰਲੀ ਲਾਈਨ। ਥੱਥਾ ਅਤੇ ਜਿਹੜਾ ਧੱਦਾ ਹੈ ਅਤੇ ਪੱਪਾ ਹੈ, ਇਹ ਇੱਕੋ ਤਰ੍ਹਾਂ ਦੇ ਹੁੰਦੇ ਹਨ, ਥੋੜ੍ਹਾ ਫਰਕ ਹੁੰਦਾ ਹੈ। ਫਿਰ ਦੱਦਾ, ਇਸ ਤਰ੍ਹਾਂ ਘੁਮਾਉਂਦੇ ਹੋਏ ਅਸੀਂ ਤਾਂ ਮੋੜਾਂਗੇ। ਫਿਰ ਧੱਦਾ ਹੈ, ਇਹ ਬਿਲਕੁਲ ਥੱਥਾ ਵਰਗਾ ਹੀ ਹੈ, ਇਸ ਦੇ ਸੈਂਟਰ ਵਾਲੀ ਲਾਈਨ ਨਹੀਂ ਹੁੰਦੀ। ਉਸ ਤੋਂ ਬਾਅਦ ਨੰਨਾ ਹੈ, ਨੰਨਾ ਅਤੇ ਠੱਠਾ ਜੋ ਹੈ ਮਿਲਦੇ ਜੁਲਦੇ ਹਨ, ਪਰੰਤੂ ਇੱਥੇ ਇਹਦੇ ਵਿੱਚ ਖਾਲੀ ਹੁੰਦਾ ਹੈ। ਉਸ ਤੋਂ ਬਾਅਦ ਪੱਪਾ, ਇੱਦਾਂ ਪੱਪਾ, ਖੱਖਾ, ਧੱਦਾ, ਥੱਥਾ, ਇਹ ਚਾਰੋਂ ਅੱਖਰ 1 2 3 4 ਬਿਲਕੁਲ ਸੇਮ ਦੇਖਣ ਵਿੱਚ ਲੱਗਦੇ ਹਨ। ਫਿਰ ਫੱਫਾ, ਇਹਨੂੰ ਪੈਨ ਚੁੱਕਣ ਦੀ ਜ਼ਰੂਰਤ ਨਹੀਂ ਪਏਗੀ, ਇੱਦਾਂ ਘੁਮਾਵਾਂਗੇ। ਫਿਰ ਬੱਬਾ, ਪਹਿਲਾਂ ਇਹ ਭਾਗ, ਫਿਰ ਇਸ ਤਰ੍ਹਾਂ ਮੋੜਦੇ ਹੋਏ ਇਸ ਨੂੰ ਸਿੱਧਾ। ਭੱਬਾ, ਇੱਥੋਂ ਲੈ ਕੇ ਇਹਨੂੰ ਖੁੱਲ੍ਹਾ ਰੱਖਣਾ ਵਿਚਕਾਰ ਤੋਂ, ਇੱਦਾਂ। ਮੰਮਾ ਅਤੇ ਸੱਸਾ ਜੋ ਮਿਲਦੇ ਜੁਲਦੇ ਹਨ, ਇਸ ਦਾ ਸਿਰਫ ਉੱਪਰ ਵਾਲਾ ਭਾਗ ਜਿਹੜਾ ਬੰਦ ਨਹੀਂ ਹੋਏਗਾ। ਇਸ ਤੋਂ ਬਾਅਦ ਯਈਆ, ਇੱਦਾਂ, ਇਸ ਤਰ੍ਹਾਂ। ਰਾਰਾ ਬਿਲਕੁਲ ਹਾਹਾ ਦੀ ਤਰ੍ਹਾਂ ਹੈ, ਇਹ ਬਿਲਕੁਲ ਜਿਹੜਾ ਹੈ
ਇੱਥੋਂ ਬੰਦ ਰੱਖਣਾ ਹੈ। ਉਸ ਤੋਂ ਬਾਅਦ ਲੱਲਾ ਹੈ, ਲੱਲਾ ਇਸ ਤਰ੍ਹਾਂ ਅਸੀਂ ਪਾਵਾਂਗੇ। ਇਸ ਤੋਂ ਬਾਅਦ ਵਾਵਾ ਹੈ, ਇਸ ਤਰ੍ਹਾਂ ਘੁਮਾਉਂਦੇ ਹੋਏ ਇਸ ਨੂੰ ਇੱਥੇ ਇਹ ਭਾਗ ਜਿਹੜਾ ਛੋਟਾ ਹੁੰਦਾ ਹੈ। ਇਸ ਤੋਂ ਬਾਅਦ ਰਾੜਾ ਹੈ, ਇਸ ਤਰ੍ਹਾਂ ਇਸ ਨੂੰ ਕਰਦੇ ਹੋਏ ਇਹ ਬਿਲਕੁਲ ਇੱਥੇ ਇਸ ਤਰ੍ਹਾਂ। ਇਹ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਹਨ, ਇਹਨਾਂ ਅੱਖਰਾਂ ਦੇ ਵਿੱਚੋਂ ਹੀ ਬਿੰਦੀ ਵਾਲੇ ਅਸੀਂ ਅੱਖਰ ਲਗਾਏ ਹਨ। ਇਹ ਸਾਡੀ ਪਿਆਰੇ ਬੱਚਿਓ ਪੰਜਾਬੀ ਵਰਨਮਾਲਾ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਮੁਹਾਰਨੀ। ਮੁਹਾਰਨੀ ਜਿਹੜੀ ਹੈ ਇਹ ਸਾਡੇ ਇਸ ਵਰਨਮਾਲਾ ਦੇ 3 ਅੱਖਰ ਜਿਹੜੇ ਨੇ ਸਵਰ ਹਨ, ਊੜਾ, ਐੜਾ, ਈੜੀ। ਇਸ ਤੋਂ ਬਿਨਾਂ ਸਾਰੇ ਅੱਖਰ ਜਿਹੜੇ ਵਿਅੰਜਨ ਅੱਖਰ ਹਨ। ਪਿਆਰੇ ਵਿਦਿਆਰਥੀਓ, ਮੁਹਾਰਨੀ ਜਿਹੜੀ ਹੈ ਇਹਨਾਂ 3 ਸਵਰਾਂ ਤੋਂ ਹੀ ਮਿਲ ਕੇ 10 ਜਿਹੜੇ ਸਾਡੇ ਇਹ ਬਣਦੇ ਹਨ। ਇਹਨੂੰ ਅਸੀਂ ਮੁਹਾਰਨੀ ਕਹਿੰਦੇ ਹਾਂ। ਇਹਨੂੰ ਸਵਰ ਧੁਨੀਆਂ ਕਹਿੰਦੇ ਹਾਂ। ਈ, ਊ, ਏ, ਐ, ਓ, ਔ। ਨੂੰ ਅਸੀਂ ਮੁਕਤਾ ਕਹਿੰਦੇ ਹਾਂ। ਮੁਕਤਾ ਜਿਹੜਾ ਹੁੰਦਾ ਹੈ ਉਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ, ਮੁਕਤਾ ਲੱਗਦਾ। ਪਿਆਰੇ ਵਿਦਿਆਰਥੀਓ, ਜਿਵੇਂ ਅਸੀਂ ਕਮਲ ਲਿਖਦੇ ਹਾਂ, ਘਰ, ਸਰਕਸ, ਇਹਦੇ ਵਿੱਚ ਕੋਈ ਲਗ ਦੀ ਵਰਤੋਂ ਨਹੀਂ ਹੁੰਦੀ। ਫਿਰ ਆ ਦਾ ਅਸੀਂ ਜਿਹੜਾ ਚਿੰਨ੍ਹ ਬਣਾਇਆ ਹੈ ਉਹ ਹੈ ਕੰਨਾ। ਜਿਸ ਤਰ੍ਹਾਂ ਰਾਧਾ, ਇਹ ਰਾਧਾ ਮੈਂ ਬਿਲਕੁਲ ਜਾਣ ਬੁੱਝ ਕੇ ਰਾਧਾ ਲਿਖਿਆ ਹੈ ਕਿਉਂਕਿ ਬਹੁਤ ਸਾਰੇ ਬੱਚੇ ਜਿਹੜਾ ਕੰਨਾ ਹੈ ਵੱਡਾ ਪਾ ਦਿੰਦੇ ਹਨ। ਤਾਂ ਤੁਸੀਂ ਦੇਖੋਗੇ ਜੇ ਰਾਰੇ ਨੂੰ ਕੰਨਾ ਅਸੀਂ ਵੱਡਾ ਪਾ ਦਿੰਦੇ ਹਾਂ ਤਾਂ ਇਹ ਗਧਾ ਬਣ ਜਾਏਗਾ। ਇਸ ਕਰਕੇ ਇਹਦਾ ਅਰਥ ਬਿਲਕੁਲ ਬਦਲ ਜਾਏਗਾ। ਪਿਆਰੇ ਬੱਚਿਓ, ਜਦੋਂ ਵੀ ਰਾਰੇ ਨੂੰ ਕੰਨਾ ਪਾਉਣਾ ਹੈ ਤਾਂ ਇਸ ਨੂੰ ਅੱਧ ਤੱਕ ਹੀ ਪਾਉਣਾ ਹੈ। ਹਰ ਅੱਖਰ ਦੇ ਨਾਲ ਅਸੀਂ ਅੱਧ ਤੱਕ ਕੰਨਾ ਜਿਹੜਾ ਪਾਉਣਾ ਹੈ, ਕਿਉਂਕਿ ਬੱਚੇ ਭੁਲੇਖਾ ਖਾ ਜਾਂਦੇ। ਹਿੰਦੀ ਦੇ ਵਿੱਚ ਅਸੀਂ ਇਹਨੂੰ ਪੂਰਾ ਪਾਉਂਦੇ ਹਾਂ, ਪਰੰਤੂ ਪੰਜਾਬੀ ਵਿੱਚ ਇਹ ਅੱਧਾ ਇਸੇ ਕਰਕੇ ਅੱਧਾ ਬਣਾਇਆ ਗਿਆ ਕਿਉਂਕਿ ਰਾਰੇ ਨਾਲ ਜੇ ਇਹਨੂੰ ਪੂਰਾ ਲਗਾ ਦਈਏ ਤਾਂ ਗੱਗਾ ਬਣ ਜਾਂਦਾ ਹੈ। ਇਸ ਤੋਂ ਅਗਲਾ ਹੈ ਜਿਸ ਨੂੰ ਅਸੀਂ ਇਹਦਾ ਲਗ ਦਾ ਜਿਹੜਾ ਚਿੰਨ੍ਹ ਹੈ ਉਹ ਬਣਾਇਆ ਹੈ ਸਿਹਾਰੀ। ਸਿਹਾਰੀ ਜਿਸ ਤਰ੍ਹਾਂ ਅਸੀਂ ਕਿਤਾਬ, ਹਿਸਾਬ, ਗਣਿਤ, ਇਹ ਸਿਹਾਰੀ ਇੱਦਾਂ ਪਾਉਂਦੇ ਹਾਂ। ਇਹਦਾ ਮੂੰਹ ਉੱਪਰੋਂ ਖੁੱਲ੍ਹਾ ਹੁੰਦਾ ਹੈ, ਇਹ ਬਿਲਕੁਲ ਸਿੱਧੀ ਲਾਈਨ। ਫਿਰ ਅਗਲੀ ਹੈ ਜੋ ਸਾਡੇ ਕੋਲ ਮਾਤਰਾ, ਉਹ ਹੈ ਈ ਬਿਹਾਰੀ। ਬਿਹਾਰੀ ਜਿਸ ਤਰ੍ਹਾਂ ਅਸੀਂ ਧਰਤੀ ਲਿਖਦੇ ਹਾਂ, ਮਿੱਟੀ ਦੇ ਵਿੱਚ ਟੈਂਕਨ ਬਿਹਾਰੀ ਪਾਉਂਦੇ ਹਾਂ। ਊ ਔਂਕੜ, ਕੁਰਸੀ, ਊ ਦੁਲੈਂਕੜ, ਇਹ ਇਹਦਾ ਚਿੰਨ੍ਹ ਹੈ। ਝਾੜੂ, ਝਾੜੂ ਦੇ ਵਿੱਚ ਅਸੀਂ ਊ ਲਿਖਦੇ ਹਾਂ। ਆੜੂ, ਅਮਰੂਦ, ਸਾਰਿਆਂ ਦੇ ਵਿੱਚ ਦੁਲੈਂਕੜ ਦੀ ਵਰਤੋਂ ਹੁੰਦੀ ਹੈ। ਇਸ ਤੋਂ ਅੱਗੇ ਹੈ ਏ ਨੂੰ ਅਸੀਂ ਕਹਿੰਦੇ ਹਾਂ ਲਾਂ। ਜਿਸ ਤਰ੍ਹਾਂ ਅਸੀਂ ਮੇਜ਼ ਲਿਖਦੇ ਹਾਂ, ਇਹ ਲਿਖਣ ਵੇਲੇ ਧਿਆਨ ਰੱਖਣਾ ਬੱਚਿਓ ਕਿ ਲਾਂ, ਕੰਨਾ, ਸਿਹਾਰੀ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ, ਇਹ ਸਾਰੇ ਉੱਪਰ ਤੋਂ ਹੇਠਾਂ ਵੱਲ ਨੂੰ ਪਾਉਣੇ ਹਨ। ਬਹੁਤ ਸਾਰੇ ਬੱਚੇ ਹੋੜਾ ਹੇਠਾਂ ਤੋਂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਤੋਂ ਇਸ ਤਰ੍ਹਾਂ ਪੈ ਜਾਂਦਾ ਹੈ। ਇਸ ਤਰ੍ਹਾਂ ਦੁਲਾਵਾਂ ਲਾਉਂਦੇ ਹਨ ਤਾਂ ਇਸ ਤਰ੍ਹਾਂ ਲਗਾ ਦਿੰਦੇ ਹਨ, ਇਹ ਜੋ ਕਿ ਬਿਲਕੁਲ ਗਲਤ ਹੈ। ਇਹ ਉੱਪਰ ਤੋਂ ਨੀਚੇ ਵੱਲ ਨੂੰ ਲਗਾਉਣੇ ਹਨ। ਇਸ ਤਰ੍ਹਾਂ ਹੋੜਾ ਵੀ ਇਸ ਤਰ੍ਹਾਂ ਪਾਉਣਾ ਹੈ, ਕਨੌੜਾ ਵੀ ਇਸ ਤਰ੍ਹਾਂ ਪਾਉਣਾ ਹੈ। ਐ ਦੁਲਾਵਾਂ ਪੈਨ, ਉਹ ਹੋੜਾ ਜਿਸ ਤਰ੍ਹਾਂ ਬੋਰਡ, ਔ ਕਨੌੜਾ ਇਸ ਤਰ੍ਹਾਂ ਅਸੀਂ ਦੌੜ ਲਿਖਦੇ ਹਾਂ। ਪਿਆਰੇ ਬੱਚਿਓ, ਇਹਨਾਂ ਨਾਲ ਮਿਲਦੇ ਜੁਲਦੇ ਹੀ ਸਾਡੇ ਕੋਲ ਪੰਜਾਬੀ ਦੇ ਵਿੱਚ 3 ਲਗਾਖਰ ਹਨ ਜੋ ਲਗ ਅਤੇ ਅੱਖਰ ਦਾ ਕੰਮ ਕਰਦੇ ਹਨ। ਬਿੰਦੀ, ਟਿੱਪੀ, ਅਦਕ, ਇਹ ਇਹਨਾਂ ਦੇ ਲਿਖਤੀ ਚਿੰਨ੍ਹ ਹਨ। ਬਿੰਦੀ, ਟਿੱਪੀ, ਅਦਕ। ਜਿਸ ਤਰ੍ਹਾਂ ਅਸੀਂ ਬਿੰਦੀ ਨਾਲ ਲਿਖਦੇ ਹਾਂ ਗਾਂ, ਜੇ ਅਸੀਂ ਇਹ ਬਿੰਦੀ ਨਹੀਂ ਲਗਾਉਂਦੇ ਤਾਂ ਇਹਦਾ ਅਰਥ ਨਿਕਲੇਗਾ ਗਾ। ਇਸ ਤਰ੍ਹਾਂ ਅਸੀਂ ਜਿੰਦ ਲਿਖਿਆ ਹੈ, ਜੇ ਇਹਨੂੰ ਅਸੀਂ ਨਹੀਂ ਲਿਖਦੇ ਤਾਂ ਜਿੱਦ ਬਣ ਜਾਏਗਾ। ਇਸ ਤਰ੍ਹਾਂ ਅਦਕ ਦੀ ਵਰਤੋਂ ਕਿੱਥੇ ਹੁੰਦੀ ਹੈ? ਜਦੋਂ ਅਸੀਂ ਕਿਸੇ ਅੱਖਰ ਦੇ ਉੱਤੇ ਦੋਹਰਾ ਬਲ ਦੇਣਾ ਹੋਵੇ ਤਾਂ ਉਸ ਤੋਂ ਪਹਿਲਾਂ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਰੱਸਾ, ਹਿੰਦੀ ਵਿੱਚ ਇਸ ਨੂੰ ਅੱਧੇ ਅੱਖਰ ਨਾਲ ਲਿਖਿਆ ਜਾਂਦਾ ਹੈ ਇਸ ਤਰ੍ਹਾਂ। ਅਤੇ ਪਿਆਰੇ ਬੱਚਿਓ, ਪੰਜਾਬੀ ਦੇ ਵਿੱਚ ਸਾਡੇ ਕੋਲ ਅੱਧਾ ਅੱਖਰ ਪਾਉਣ ਦੀ ਕੋਈ ਰਵਾਇਤ ਨਹੀਂ ਹੈ, ਇਸ ਕਰਕੇ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ। ਇਹਦਾ ਅਰਥ ਬਣਦਾ ਰੱਸਾ। ਜੇ ਅਸੀਂ ਅਦਕ ਨਹੀਂ ਪਾਉਂਦੇ ਤਾਂ ਇਹਦਾ ਅਰਥ ਬਣੇਗਾ ਰਸਾ। ਇਸ ਤਰ੍ਹਾਂ ਸ਼ਬਦ ਦਾ ਅਰਥ ਹੀ ਬਦਲ ਜਾਂਦਾ ਹੈ। ਪਿਆਰੇ ਬੱਚਿਓ, ਇਹਨਾਂ ਲਗਾਂ ਅਤੇ ਲਗਾਖਰਾਂ ਦੀ ਵਰਤੋਂ ਅਸੀਂ ਆਪਣੀ ਲਿਖਤ ਦੇ ਵਿੱਚ ਸਹੀ ਤਰੀਕੇ ਨਾਲ ਕਰਨੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਪਿਆਰੇ ਬੱਚਿਓ, ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਅਸੀਂ ਬਿਲਕੁਲ ਲਿਖਤ ਦੇ ਵਿੱਚ ਢੁਕਵੀਂ ਕਰਨੀ ਹੈ। ਵਿਸ਼ਰਾਮ ਚਿੰਨ੍ਹ ਵੀ ਸਾਡੇ ਲਈ ਬਹੁਤ
ਮਹੱਤਵਪੂਰਨ ਹੁੰਦੇ ਹਨ। ਪਿਆਰੇ ਬੱਚਿਓ, ਇਸ ਤਰ੍ਹਾਂ ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਸੁੰਦਰ ਲਿਖਾਈ ਨਾਲ ਸੁੰਦਰ ਰੂਪ ਦੇ ਕੇ ਵਧੀਆ ਅੰਕ ਪ੍ਰਾਪਤ ਕਰ ਸਕਦੇ ਹਾਂ। ਔਰ ਬਹੁਤ ਸਾਰੇ ਬੱਚੇ ਇਹ ਅਕਸਰ ਕਹਿੰਦੇ ਹਨ ਕਿ ਸਾਡੀ ਲਿਖਾਈ ਜਿਹੜੀ ਹੈ ਠੀਕ ਨਹੀਂ ਹੋ ਰਹੀ। ਪਿਆਰੇ ਬੱਚਿਓ, ਇੱਥੇ ਮੈਂ ਤੁਹਾਨੂੰ ਕਹਾਂਗਾ ਕਿ ਜਿਹੜੇ ਬੱਚੇ ਤੁਹਾਡੇ ਨਾਲ ਵਧੀਆ ਲਿਖਦੇ ਹਨ, ਤੁਸੀਂ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰੋ। ਵੱਧ ਤੋਂ ਵੱਧ ਲਿਖਣ ਦਾ ਅਭਿਆਸ ਕਰੋ। ਹਰ ਅੱਖਰ ਦੀ ਬਣਤਰ ਵਧੀਆ ਕਰੋ। ਜਿਸ ਤਰ੍ਹਾਂ ਤੁਸੀਂ ਜਿੰਨਾ ਜ਼ਿਆਦਾ ਅਭਿਆਸ ਕਰੋਗੇ, ਓਨੀ ਤੁਹਾਡੀ ਲਿਖਾਈ ਵਧੀਆ ਬਣੇਗੀ ਅਤੇ ਤੁਹਾਡੀ ਸ਼ਖਸੀਅਤ ਦਾ ਨਿਖਾਰ ਆਏਗਾ। ਤੁਹਾਡੇ ਹੌਸਲੇ ਵਿੱਚ ਵਾਧਾ ਹੋਏਗਾ। ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਪਿਆਰੇ ਬੱਚਿਓ, ਇਹ ਤੁਸੀਂ ਅਕਸਰ ਸੁਣਿਆ ਹੈ, ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਇਸ ਤਰ੍ਹਾਂ ਬੱਚਿਓ, ਅਸੀਂ ਵੱਧ ਤੋਂ ਵੱਧ ਇਹਨਾਂ ਛੁੱਟੀਆਂ ਦੌਰਾਨ ਘਰ ਬੈਠ ਕੇ ਪੰਜਾਬੀ ਦੀ ਸੁੰਦਰ ਲਿਖਾਈ ਵਿੱਚ ਵੱਧ ਤੋਂ ਵੱਧ ਆਪਣਾ ਅਭਿਆਸ ਕਰਨਾ ਹੈ ਅਤੇ ਜ਼ਰੂਰ ਤੁਹਾਡੀ ਲਿਖਾਈ ਜਿਹੜੀ ਹੈ ਬਹੁਤ ਸੁੰਦਰ ਬਣ ਜਾਏਗੀ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੇ ਇਸ ਲੈਕਚਰ ਤੋਂ ਜ਼ਰੂਰ ਕੁਛ ਨਾ ਕੁਛ ਸਿੱਖਿਆ ਹੋਣਾ ਹੈ ਔਰ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋਗੇ। ਥੈਂਕ ਯੂ ਵੈਰੀ ਮਚ।